ਪਿਆਰੇ ਦਰਸ਼ਕੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਸਾਡੇ ਦਰਮਿਆਨ ਮੌਜੂਦ ਨੇ ਡਾਕਟਰ ਹਰੀਸ਼ ਵਰਮਾ, ਪ੍ਰੋਫੈਸਰ, ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ। ਸੋ ਅੱਜ ਆਪਾਂ ਇਹਨਾਂ ਨਾਲ ਜਿਹੜੇ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਵੈਟਰਨਰੀ ਯੂਨੀਵਰਸਿਟੀ ਵਿੱਚ ਕਿਸਾਨ ਜਥੇਬੰਦੀਆਂ ਦਾ ਕੰਮਕਾਰ। ਸੋ ਡਾਕਟਰ ਸਾਹਿਬ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਿਸ ਯੂਨੀਵਰਸਿਟੀ ਹੈ, ਇਹ ਕਦੋਂ ਬਣੀ ਅਤੇ ਇਸ ਦਾ ਮੁੱਖ ਕੰਮ ਕੀ ਹੈ? ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਇਹ ਅਪ੍ਰੈਲ 2006 'ਚ ਹੋਂਦ 'ਚ ਆਈ ਸੀ, ਕਿਉਂਕਿ ਸਰਕਾਰ ਨੇ ਸੋਚਿਆ ਕਿ ਕਿਸਾਨਾਂ ਦੀਆਂ ਬਹੁਤ ਸਮੱਸਿਆਵਾਂ ਨੇ। ਖੇਤੀ 'ਚ ਉਹਨਾਂ ਦੀ ਲਗਾਤਾਰ ਇਨਕਮ ਘਟ ਰਹੀ ਹੈ, ਖਰਚੇ ਉਹਨਾਂ ਦੇ ਵੱਧ ਰਹੇ ਨੇ, ਪੱਲੇ ਉਹਨਾਂ ਦੇ ਘੱਟ ਪੈ ਰਿਹਾ ਹੈ। ਇਸ ਕਰਕੇ ਵਨ ਸਮੰਤਾ ਦੀ ਗੱਲ ਹੁੰਦੀ ਸੀ। ਵਨ ਸਮੰਤਾ 'ਚ ਜਿਹੜਾ ਪਸ਼ੂ ਪਾਲਣ ਹੈ ਉਹ ਕਿਸਾਨ ਦੇ ਨੇੜੇ ਹੈ। ਕਿਸਾਨ ਦੇ ਘਰ ਲਵੇਰੇ ਵੀ ਹੈਗੇ, ਕਿਸਾਨ ਦੇ ਘਰ ਮੁਰਗੀਆਂ ਵੀ ਹੈ। ਇਸ ਕਰਕੇ ਉਹਨਾਂ ਸੋਚਿਆ ਵੀ ਆਪਾਂ ਖੇਤੀ 'ਚ ਬਦਲਾਵ ਲਿਆਉਣਾ, ਬਦਲਾਵ ਪਸ਼ੂ ਪਾਲਣ ਨਾਲ ਆ ਸਕਦਾ ਸੀ। ਇਸ ਕਰਕੇ ਮਤਲਬ ਕਿ ਇਹ ਯੂਨੀਵਰਸਿਟੀ ਜਿਹੜੀ ਹੈ, ਉਹਨਾਂ ਨੇ ਸਾਡਾ ਇੱਕ ਇੱਥੇ ਕਾਲਜ ਹੁੰਦਾ ਸੀ, ਵੈਟਰਨਰੀ ਕਾਲਜ, ਇਹਨੂੰ ਕਾਲਜ ਆਫ ਵੈਟਰਨਰੀ ਸਾਇੰਸ ਆਖਿਆ ਜਾਂਦਾ ਹੈ, ਉਹਨੂੰ ਮਤਲਬ ਕਿ ਇੱਕ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਕਿ ਇਹ ਮਤਲਬ ਕਿ ਯੂਨੀਵਰਸਿਟੀ ਦੇ ਤੌਰ 'ਤੇ ਕੰਮ ਕਰੇਗੀ, ਪਸ਼ੂ ਪਾਲਣ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਦੇਵੇਗੀ। ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਇਸ ਯੂਨੀਵਰਸਿਟੀ ਦਾ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਕੀ ਫਾਇਦਾ ਹੈ? ਦੇਖੋ, ਯੂਨੀਵਰਸਿਟੀ ਬਣੀ ਹੈ ਪਸ਼ੂ ਪਾਲਣ ਕਰਕੇ ਜਾਂ ਪਸ਼ੂ ਪਾਲਕਾਂ ਵਾਸਤੇ। ਇਹਦੇ ਕੰਮ ਜਿਹੜਾ ਪਸ਼ੂ ਪਾਲਣ ਮੀਨਸ ਸਾਡਾ ਪੰਜਾਬ ਦਾ ਜਿਹੜਾ ਪਸ਼ੂ ਧਨ ਹੈਗਾ, ਉਹਦੇ ਵਾਸਤੇ ਕੀ ਚੀਜ਼ਾਂ ਲੋੜ ਹੈ, ਕਿਸਾਨ ਨੇ ਉਹ ਰੱਖੇ ਆ ਪਸ਼ੂ। ਉਹਦੇ ਵਾਸਤੇ ਕਿਸਾਨਾਂ ਨੂੰ ਜਿਹੜੀ ਸਮੱਸਿਆ ਆਉਂਦੀ ਹੈ ਉਹਦੀ ਸਮੱਸਿਆ ਦਾ ਹੱਲ ਦੇਈਏ, ਯਾਨੀ ਕਿ ਯੂਨੀਵਰਸਿਟੀ ਖੋਜ ਕਰੇ, ਖੋਜ ਕਰਕੇ ਹੱਲ ਦੇਵੇ। ਦੂਜੇ ਵਾਸਤੇ ਉਹ ਪਸ਼ੂਆਂ ਨੂੰ ਆਪਾਂ ਨੇ ਸੰਭਾਲਣਾ, ਪਸ਼ੂ ਧਨ ਨੂੰ ਸੰਭਾਲਣਾ ਹੈ, ਉਹਦੇ ਵਾਸਤੇ ਡਾਕਟਰ ਪੈਦਾ ਕਰੇ ਤਾਂ ਕਿ ਉਹ ਕਾਲਜ 'ਚ ਉਹ ਡਾਕਟਰ ਪਾਸ ਹੋ ਕੇ ਪਸ਼ੂਆਂ ਦੀ ਸੇਵਾ ਕਰਨ। ਅਤੇ ਤੀਜਾ ਜਿਹੜੀ ਹੈ ਕਿ ਉਹਦੇ ਰਿਲੇਟਡ ਪਸ਼ੂ ਸੰਬੰਧੀ ਜਿਹੜੀਆਂ ਖੋਜਾਂ ਕਰਕੇ ਨਵੀਆਂ ਤਕਨੀਕਾਂ ਅੱਜ ਕੱਲ੍ਹ ਸੰਸਾਰ 'ਚ ਹੋ ਰਹੀਆਂ, ਟੈਕਨੋਲੋਜੀ ਦਾ ਜ਼ਮਾਨਾ ਹੈਗਾ। ਜਿਵੇਂ ਆਪਾਂ ਸਕਿੱਲ ਇੰਡੀਆ ਦੀ ਗੱਲ ਕਰਦੇ ਹਾਂ, ਉੱਦਾਂ ਹੀ ਨਵੀਆਂ ਤਕਨੀਕਾਂ ਤਿਆਰ ਕਰਕੇ ਕਿਸਾਨਾਂ ਨੂੰ ਦੇਣ ਤਾਂ ਕਿ ਪਸ਼ੂ ਧਨ ਦਾ ਫਾਇਦਾ ਵੱਧ ਤੋਂ ਵੱਧ ਹੋ ਸਕੇ। ਡਾਕਟਰ ਸਾਹਿਬ, ਕੀ ਕੋਈ ਕਿਸਾਨ ਜਥੇਬੰਦੀਆਂ ਵੀ ਹਨ ਜਿਹੜੀਆਂ ਕਿ ਯੂਨੀਵਰਸਿਟੀ ਨਾਲ ਜੁੜੀਆਂ ਹੋਈਆਂ ਹਨ? ਹਾਂ, ਇਹ ਦੇਖੋ, ਅਸੀਂ ਤਾਂ ਕਹਿੰਦੇ ਕਿ ਇਹ ਕਿਸਾਨਾਂ ਦੀ ਯੂਨੀਵਰਸਿਟੀ ਹੈ, ਕਿਉਂਕਿ ਪਸ਼ੂ ਧਨ ਕਿਸਾਨਾਂ ਕੋਲ ਹੈ। ਉਹਦੀ ਅਸੀਂ ਰਾਖੇ ਬਣਨਾ ਹੈ। ਰਾਖੀ ਕਿਸ ਤੋਂ ਕਰਵਾਉਣੀ ਹੈ? ਉਹਦੀ ਸਿਹਤ ਦੀ ਰਾਖੀ ਕਰਨੀ ਡਾਕਟਰਾਂ ਨੇ, ਉਹਦੀ ਵੈਸੇ ਸਾਂਭ ਸੰਭਾਲ ਦੀ ਰਾਖੀ ਕਰਨੀ ਹੈ ਪਸ਼ੂ ਪਾਲਕਾਂ ਨੇ। ਅਤੇ ਉਹ ਪਸ਼ੂ ਪਾਲਕ ਅਤੇ ਇਹ ਕਿਉਂਕਿ ਜਿਉਂ ਕਿ ਅੱਜ ਕੱਲ੍ਹ ਪੜ੍ਹਾਈ ਦਾ ਜ਼ਮਾਨਾ ਹੈ, ਗਿਆਨ ਦਾ ਜ਼ਮਾਨਾ ਹੈ, ਅਤੇ ਉਹ ਗਿਆਨ ਕਿੱਥੋਂ ਮਿਲਣਾ ਹੈ? ਗਿਆਨ ਦਾ ਮੰਦਰ ਜਿਹਨੂੰ ਆਪਾਂ ਯੂਨੀਵਰਸਿਟੀ ਆਖ ਸਕਦੇ ਹਾਂ। ਇਸ ਕਰਕੇ ਫਿਰ ਯੂਨੀਵਰਸਿਟੀ ਨੇ ਸੋਚਿਆ ਕਿ ਸਾਡੇ ਕੋਲ ਕਿਸਾਨ ਲਗਾਤਾਰ ਆਉਂਦੇ ਨੇ, ਇੱਕ ਕੋਈ ਇਹੋ ਜਿਹੀ ਢੱਬ ਬਣਾਈਏ ਤਾਂ ਕਿ ਸਾਡੇ ਨਾਲ ਕਿਸਾਨ ਜੁੜੇ ਰਹਿਣ, ਉਹਨਾਂ ਦੀਆਂ ਔਕੜਾਂ ਸਾਡੇ ਕੋਲ ਆਉਣ ਅਤੇ ਸਾਡੇ ਵੱਲੋਂ ਟੈਕਨੋਲੋਜੀ ਉਹਨਾਂ ਕੋਲ ਜਾਵੇ। ਇਸ ਕਰਕੇ ਯੂਨੀਵਰਸਿਟੀ ਨੇ ਜਥੇਬੰਦੀਆਂ ਬਣਾਈਆਂ ਅਤੇ ਇਸ ਯੂਨੀਵਰਸਿਟੀ ਦੇ ਵਿੱਚ 3 ਤਰ੍ਹਾਂ ਦੀਆਂ ਜਥੇਬੰਦੀਆਂ ਹੈਗੀਆਂ: ਸੂਰ ਪਾਲਕਾਂ ਲਈ, ਅਤੇ ਮੱਛੀ ਪਾਲਕਾਂ ਲਈ, ਬੱਕਰੀ ਪਾਲਕਾਂ ਲਈ, ਅਤੇ ਡੇਅਰੀ ਦੇ ਧੰਦੇ ਲਈ ਵੀ ਜਥੇਬੰਦੀ ਕੰਮ ਕਰਦੇ ਸੀ। ਡਾਕਟਰ ਸਾਹਿਬ, ਤੁਸੀਂ ਸੂਰ ਪਾਲਕਾਂ ਦੀ ਗੱਲ ਕੀਤੀ, ਤਾਂ ਜਿਹੜੀ ਸੂਰ ਪਾਲਕਾਂ ਦੀ ਜਥੇਬੰਦੀ ਹੈ, ਇਹ ਕਿਸ ਤਰ੍ਹਾਂ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰਦੀ? ਦੇਖੋ, ਜਥੇਬੰਦੀਆਂ ਸਾਰੀਆਂ ਜਿਹੜੀਆਂ ਵੱਖ-ਵੱਖ ਮੈਂ ਦੱਸੀਆਂ ਹੈਗੀਆਂ, ਤਰੀਕਾ ਇਹਨਾਂ ਦਾ ਇੱਕ ਹੀ ਹੈਗਾ। ਇੱਕ ਅਸੀਂ ਇਹਨਾਂ ਦਾ ਮਤਲਬ ਕਿ ਇੱਕ ਇਹਨਾਂ ਨੂੰ ਨਾਲ ਇੱਕ ਅਸੀਂ ਟੀਚਰ ਮਤਲਬ ਕਿ ਯੂਨੀਵਰਸਿਟੀ ਨੇ ਲਗਾ ਦਿੱਤਾ ਵੀ ਇਹ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕਰੇਗਾ, ਇਹਦੇ ਨਾਲ ਰਾਬਤਾ ਰੱਖੇਗਾ। ਇੱਕ ਦਿਨ ਮਿੱਥ ਲਿਆ, ਜਿਵੇਂ ਹੁਣ ਸੂਰ ਪਾਲਕਾਂ ਦੀ ਤੁਸੀਂ ਗੱਲ ਕਰਦੇ ਹੋ, ਚੌਥੇ ਵੀਰਵਾਰ, ਹਰੇਕ ਮਹੀਨੇ ਦੇ ਚੌਥੇ ਵੀਰਵਾਰ ਇਹਨਾਂ ਨੇ ਸਾਡੇ ਕੋਲ ਆਉਣਾ ਹੈਗਾ। ਆ ਕੇ ਇਹਨਾਂ ਦਾ ਮਤਲਬ ਕਿ ਸਾਨੂੰ ਪਹਿਲੇ ਹੀ ਪਤਾ ਹੁੰਦਾ ਵੀ ਮੌਸਮ ਹੁਣ ਗਰਮੀ ਦਾ ਹੈ ਅਤੇ ਆਪਾਂ ਗਰਮੀ ਸੰਬੰਧੀ ਗੱਲਾਂ ਕਰਨੀਆਂ, ਇੱਕ ਲੈਕਚਰ ਕਰਵਾ ਦੇਣਾ ਜਾਂ 2 ਲੈਕਚਰ ਹੋ ਜਾਣਾ। ਜੇ ਸਰਦੀ ਹੈ ਤਾਂ ਸਰਦੀ ਸੰਬੰਧੀ ਅਸੀਂ ਉਹਨਾਂ ਤੋਂ ਪੁੱਛ ਵੀ ਲੈਂਦੇ। ਕਹਿਣ ਦਾ ਮਤਲਬ ਉਹ ਜਥੇਬੰਦੀ, ਉਹ ਜਿਹੜੇ ਕਿਸਾਨ ਜਿਹੜੇ ਉਹਦੇ ਮੈਂਬਰ ਨੇ, ਪਹਿਲੇ ਉਹ ਮੈਂਬਰ ਬਣਨਗੇ, ਮੈਂਬਰ ਬਣ ਕੇ ਫਿਰ ਆਪਣੀ ਇੱਕ ਟੀਮ ਚੁਣਨਗੇ। ਇੱਕ ਪ੍ਰਧਾਨ ਹੋਏਗਾ, ਮੀਤ ਪ੍ਰਧਾਨ ਹੋਏਗਾ, ਕੈਸ਼ੀਅਰ ਹੋਏਗਾ, ਉਹ ਫਿਰ ਮੈਂਬਰ ਬਣ ਗਏ, ਟੀਮ ਬਣ ਗਈ। ਟੀਮ ਉਹਨਾਂ ਦੇ ਜਥੇਬੰਦੀ ਦੇ ਤੌਰ 'ਤੇ ਫਿਰ ਉਹ ਕੰਮ ਕਰੇਗੀ। ਉਹ ਯੂਨੀਵਰਸਿਟੀ 'ਚ ਆ ਕੇ ਯੂਨੀਵਰਸਿਟੀ 'ਚੋਂ ਇੱਕ ਦਿਨ ਆਪਾਂ ਚੌਥੇ ਵੀਰਵਾਰ ਨੂੰ ਸਾਡੇ ਕੋਲ ਆਉਂਦੇ ਨੇ। ਕੋਆਰਡੀਨੇਟਰ ਯੂਨੀਵਰਸਿਟੀ ਨੇ ਲਾਤਾ, ਉਹਦੇ ਨਾਲ ਕੋਆਰਡੀਨੇਸ਼ਨ ਰੱਖਣਾ, ਉਹਦੇ ਪ੍ਰਧਾਨ ਦੇ ਨਾਲ, ਉਹਨਾਂ ਦੇ ਕਮੇਟੀ ਦੇ ਨਾਲ। ਉਹਨਾਂ ਦਾ ਫਿਰ ਆਪਾਂ ਇੱਥੇ ਉਹਨਾਂ ਨੂੰ ਜਗ੍ਹਾ ਦੇਤੀ, ਉਹਨਾਂ ਦਾ ਲੈਕਚਰ ਕਰਤਾ, ਫਿਰ ਸਵਾਲ ਜਵਾਬ ਕਰਤਾ। ਕਹਿਣ ਦਾ ਮਤਲਬ ਹੈ ਕਿ ਉਹ ਡਾਕਟਰਾਂ ਤੋਂ ਵੀ ਸਿੱਖ ਸਕਦੇ ਨੇ, ਉਹ ਆਪਸ 'ਚ ਵੀ ਜਿਹੜਾ ਮਤਲਬ ਕਿ ਸਿਆਣਾ ਹੋ ਜਾਂਦਾ, ਪਸ਼ੂ ਪਾਲਕ ਇੰਨੀ ਦੇਰ ਤੋਂ ਕੰਮ ਕਰ ਰਿਹਾ, ਉਹ ਵੀ ਕਾਫੀ ਕੁਝ ਸਿੱਖ ਜਾਂਦਾ, ਉਹ ਵੀ ਸਿਖਾ ਸਕਦਾ ਨਵੇਂ ਬੰਦਿਆਂ ਨੂੰ। ਕਹਿਣ ਦਾ ਮਤਲਬ ਹੈ ਕਿ ਉਹ ਜਥੇਬੰਦੀ ਇੱਦਾਂ ਕੰਮ ਕਰਦੀ ਹੈ। ਡਾਕਟਰ ਸਾਹਿਬ, ਸੂਰਾਂ ਤੋਂ ਬਾਅਦ ਜੇ ਆਪਾਂ ਭੇਡਾਂ ਬੱਕਰੀਆਂ ਦੀ ਗੱਲ ਕਰੀਏ ਤਾਂ ਜਿਹੜੇ ਬੱਕਰੀ ਪਾਲਕ ਆ ਉਹਨਾਂ ਦੀ ਜਥੇਬੰਦੀ ਕਦੋਂ ਯੂਨੀਵਰਸਿਟੀ ਵਿੱਚ ਆਉਂਦੀ ਹੈ ਅਤੇ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ? ਦੇਖੋ, ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਪਸ਼ੂ ਪਾਲਣ 'ਚ ਵੀ ਵੰਨ ਸੁਵੰਨਤਾ ਹੋਵੇ। ਇਕੱਲੇ ਆਪਾਂ ਲਵੇਰੇ ਪਾਲ ਕੇ ਕੰਮ ਨਹੀਂ ਚੱਲ ਸਕਦਾ ਸਾਡਾ। ਦੁੱਧ
ਨਾਲ ਨਹੀਂ ਕੰਮ ਚੱਲਣਾ। ਦੁੱਧ ਦੇ ਨਾਲ ਸਾਨੂੰ ਅੰਡਾ ਵੀ ਚਾਹੀਦਾ, ਮੀਟ ਵੀ ਚਾਹੀਦਾ ਹੈਗਾ, ਸਾਨੂੰ ਭੇਡ ਵੀ ਚਾਹੀਦੀ, ਉਹਦੀ ਉੱਨ ਵੀ ਚਾਹੀਦੀ, ਸਾਨੂੰ ਬੱਕਰੀ ਵੀ ਚਾਹੀਦੀ ਹੈ, ਮੁਰਗੀਆਂ ਵੀ ਚਾਹੀਦੀਆਂ ਹੈਗੀਆਂ। ਇਸ ਕਰਕੇ ਮਤਲਬ ਕਹਿਣ ਦਾ ਮਤਲਬ ਕਿ ਇਹਦੇ 'ਚ ਵੰਨ-ਸੁਵੰਨਤਾ ਆਪਾਂ ਸੂਰਾਂ ਨਾਲ ਕਰਨੀ ਹੈ, ਬੱਕਰੀ ਨਾਲ ਕਰਨੀ ਹੈ, ਪੋਲਟਰੀ ਨਾਲ ਕਰਨੀ ਹੈ। ਇਸ ਕਰਕੇ ਜਿਹੜੀ ਹੈਗੀ ਇਹ ਜਿਹੜੀਆਂ ਬੱਕਰੀਆਂ ਦੇ ਧੰਦੇ ਨੂੰ ਵੀ ਆਪਾਂ ਉਤਸ਼ਾਹਿਤ ਕਰਨ ਵਾਸਤੇ ਇਹ ਜਿਹੜੀ ਹੈ ਜਥੇਬੰਦੀ ਬਣੀ। ਤੇ ਇਹ ਜਥੇਬੰਦੀ ਜਿਹੜੇ ਇਹਦੇ ਮੈਂਬਰਾਂ ਹੈਗੇ ਤੇ ਇਹ ਜਿਹੜੀ ਜਥੇਬੰਦੀ ਹੈ ਜਿਹੜੀ ਕਿਸਾਨਾਂ ਦੀ, ਇਹ ਸਾਡੇ ਕੋਲ ਜਿਹੜੀ ਹੈਗੀ ਹੈ ਕਿ ਪਹਿਲਾ ਮਹੀਨੇ ਦੇ ਪਹਿਲੇ ਸ਼ੁੱਕਰਵਾਰ 'ਚ ਇਹ ਸਾਡੇ ਕੋਲ ਆਉਂਦੇ ਨੇ। ਤੇ ਕੰਮ ਉਹੀ ਹੈਗਾ, ਇੱਕ ਸਾਡਾ ਟੀਚਰ ਐਜ਼ ਏ ਕੋਆਰਡੀਨੇਟਰ ਕੰਮ ਕਰਦਾ ਤੇ ਦੂਜੇ ਜਥੇਬੰਦੀ ਦੀ ਐਗਜ਼ੈਕਟਿਵ ਕਮੇਟੀ, ਉਹਨਾਂ ਨਾਲ ਮਿਲ ਕੇ ਲੈਕਚਰਬਾਜੀ, ਸਵਾਲ ਜਵਾਬ, ਸੁਵਿਧਾਵਾਂ ਸਭ ਕੁਝ ਅਸੀਂ ਉਹਨਾਂ ਨੂੰ ਦਿੰਦੇ ਹਾਂ। ਠੀਕ ਹੈ ਜੀ। ਡਾਕਟਰ ਸਾਹਿਬ, ਜੇ ਹੁਣ ਆਪਾਂ ਇਹਨਾਂ ਤੋਂ ਬਾਅਦ ਮੱਛੀ ਪਾਲਕਾਂ ਦੀ ਗੱਲ ਕਰੀਏ, ਮੱਛੀ ਪਾਲਣ ਦਾ ਧੰਦਾ ਪੰਜਾਬ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਸੋ ਮੱਛੀ ਪਾਲਕ ਜਿਹੜੇ ਵੀਰ ਆ ਉਹ ਕਦੋਂ ਯੂਨੀਵਰਸਿਟੀ ਵਿੱਚ ਇਕੱਠੇ ਹੁੰਦੇ ਹਨ ਤੇ ਉਹ ਕਿਸ ਤਰੀਕੇ ਨਾਲ ਕੰਮਕਾਰ ਕਰਦੇ ਨੇ? ਇਹ ਵੀ ਬਹੁਤ ਵਧੀਆ ਗੱਲ ਹੈ, ਕਿਉਂਕਿ ਅੱਜ ਕੱਲ੍ਹ ਨੀਲੀ ਕ੍ਰਾਂਤੀ ਦੀ ਗੱਲ ਹੁੰਦੀ। ਪਹਿਲੇ ਕਹਿੰਦੇ ਦੇਖੋ ਹਰਿਤ ਕ੍ਰਾਂਤੀ ਆਈ, ਫਿਰ ਕਹਿੰਦੇ ਸ਼ਵੇਤ ਕ੍ਰਾਂਤੀ ਆਈ, ਫਿਰ ਕਹਿੰਦੀ ਪੀਲੀ ਕ੍ਰਾਂਤੀ ਆਈ, ਆਪਾਂ ਖੰਡ ਗੰਨਾ ਬਹੁਤ ਉਗਾਇਆ, ਤੇ ਹੁਣ ਨੀਲੀ ਕ੍ਰਾਂਤੀ ਦੀ। ਕਹਿਣ ਦਾ ਮਤਲਬ ਕਿ ਆਪਾਂ ਜਿਹੜੀ ਨਿਊਟ੍ਰੀਸ਼ਨਲ ਸਿਕਿਉਰਿਟੀ ਦੇਣੀ ਹੈ, ਜਿਹੜੀ ਕਿ ਇੱਕ ਸੰਤੁਲਿਤ ਖੁਰਾਕ ਆਪਾਂ ਚਾਹੀਦੀ ਹੈ, ਉਹਦੇ ਸੰਤੁਲਿਤ ਖੁਰਾਕ 'ਚ ਮੱਛੀ ਦਾ ਵੀ ਬਹੁਤ ਵੱਡਾ ਇੱਕ ਰੋਲ ਹੈ। ਉਹਦੇ ਤੋਂ ਬਹੁਤ ਵਧੀਆ ਤੇ ਸਸਤਾ ਸੋਮਾ ਆਪਾਂ ਕਹਿ ਸਕਦੇ ਪ੍ਰੋਟੀਨ ਦਾ। ਇਸ ਕਰਕੇ ਜਿਹੜਾ ਮੱਛੀ ਪਾਲਣ ਦੇ ਧੰਦੇ ਨੂੰ ਵੀ ਪੰਜਾਬ ਸਰਕਾਰ, ਸਾਡੀ ਯੂਨੀਵਰਸਿਟੀ ਅੱਗੇ ਪ੍ਰਫੁੱਲਿਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਕਰਕੇ ਸਾਡਾ ਇੱਥੇ ਕਾਲਜ ਵੀ ਬਣਿਆ। ਇਹਨਾਂ ਦੇ ਜਿਹੜੇ ਇਹ ਜਿਹੜਾ ਕਾਲਜ ਹੈਗਾ, ਇਹਦੇ 'ਚ ਉਹ ਇਹਦੇ ਨਾਲ ਜਿਹੜੇ ਸਾਡੇ ਜਿਹੜੀ ਡਾਕਟਰਾਂ ਦੀ ਪੜ੍ਹਾਈ ਹੋਗੀ, ਨਾਲ ਹੀ ਜਿਹੜੇ ਮੱਛੀ ਪਾਲਕ ਹੈਗੇ, ਜਿਹੜੇ ਮੱਛੀ ਦਾ ਕੰਮ ਕਰਦੇ ਨੇ, ਉਹਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਇਹ ਜਥੇਬੰਦੀ ਬਣਾਈ ਗਈ। ਇਹ ਸਾਡੇ ਕੋਲ ਜਿਹੜਾ ਹੈਗਾ ਤੀਜਾ ਵੀਰਵਾਰ ਸਾਡੇ ਯੂਨੀਵਰਸਿਟੀ 'ਚ ਮਹੀਨੇ ਦੇ ਤੀਜੇ ਵੀਰਵਾਰ ਨੂੰ ਸਾਡੇ ਕੋਲ ਆਉਂਦੇ ਨੇ। ਕਾਰਗੁਜ਼ਾਰੀ ਉਹੀ ਹੈ, ਇੱਕ ਟੀਚਰ ਐਜ਼ ਏ ਕੋਆਰਡੀਨੇਟਰ ਕੰਮ ਕਰਦਾ, ਉਹਨਾਂ ਦੀ ਗੱਲਬਾਤ ਹੁੰਦੀ। ਕਈ ਵਾਰ ਕੀ ਹੁੰਦਾ ਕਿ ਕਿਸੇ ਨੂੰ ਪੁੰਗ ਦੀ ਲੋੜ ਹੁੰਦੀ ਹੈ, ਦੂਜੇ ਪਾਸੇ ਉਹਦੇ ਕੋਲ ਪੌਂਡ ਖਾਲੀ ਆ, ਉਹ ਵੇਚ ਚੁੱਕਿਆ ਹੈਗਾ, ਉਹ ਆਪਸ 'ਚ ਅਦਲਾ ਬਦਲੀ ਕਰ ਸਕਦੇ, ਉਸ ਇੱਕ ਦੂਜੇ ਤੋਂ ਸਮਾਨ ਲੈ ਸਕਦੇ ਨੇ, ਕਿਸ ਕੋਲ ਘਾਟ ਹੈ, ਕਿਸ ਕੋਲ ਜ਼ਿਆਦਾ ਹੈ। ਇਸ ਕਰਕੇ ਇਹੋ ਜਿਹਾ ਕੰਮ ਕਰਨ ਵਾਸਤੇ ਇਹ ਜਥੇਬੰਦੀਆਂ ਸਾਡੀਆਂ ਕੰਮ ਕਰਦੀਆਂ ਨੇ। ਹਾਂਜੀ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਕਿ ਜਿਹੜੇ ਕਿਸਾਨ ਵੀਰ ਇਹਨਾਂ ਜਥੇਬੰਦੀਆਂ ਦੇ ਮੈਂਬਰ ਨਹੀਂ ਹਨ, ਜੇ ਉਹਨਾਂ ਨੇ ਮੈਂਬਰ ਬਣਨਾ ਹੋਵੇ ਤਾਂ ਕੀ ਉਹ ਜਿਹੜੇ ਦਿਨ ਮੀਟਿੰਗ ਹੁੰਦੀ ਉਸੇ ਦਿਨ ਆ ਕੇ ਮੈਂਬਰ ਬਣ ਸਕਦੇ, ਜਾਂ ਕੀ ਤਰੀਕਾ ਹੈ ਮੈਂਬਰ ਬਣਨ ਦਾ? ਇਹ ਦੇਖੋ, ਕਿਸਾਨ ਜਿਹੜੇ ਪਸ਼ੂ ਪਾਲਕ, ਜਿਹੜੇ ਕਿਸਾਨ ਵੀਰ ਜਥੇਬੰਦੀ ਦੇ ਮੈਂਬਰ ਬਣਨਾ ਚਾਹੁੰਦੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਸਾਡਾ ਜਿਹੜਾ ਪਸ਼ੂ ਚਿਕਿਤਸਾ ਅਤੇ ਪਸ਼ੂ ਪਾਲਣ ਵਿਭਾਗ ਜਿਹੜਾ ਹੈਗਾ, ਸਾਡਾ ਪਸ਼ੂ ਪਾਲਣ ਚਿਕਿਤਸਾ ਪ੍ਰਸਾਰ ਵਿਭਾਗ ਜਿਹੜਾ ਸਾਡਾ ਐਕਸਟੈਂਸ਼ਨ ਡਿਪਾਰਟਮੈਂਟ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕਾਲਜ ਆਫ ਵੈਟਰਨਰੀ ਸਾਇੰਸ ਹੈਗਾ, ਇਹਦੇ ਥੱਲੇ ਇਹ ਜਥੇਬੰਦੀਆਂ ਕੰਮ ਕਰਦੀਆਂ ਨੇ। ਇਹ ਸਾਡਾ ਇੱਕ ਨੰਬਰ 0161 241 4005, ਇੱਥੇ ਸੰਪਰਕ ਕਰ ਸਕਦੇ ਨੇ। ਬਾਕੀ ਜਿਵੇਂ ਮੈਂ ਦੱਸਿਆ, ਪਹਿਲਾ ਸ਼ੁੱਕਰਵਾਰ, ਤੀਜਾ ਵੀਰਵਾਰ, ਚੌਥਾ ਵੀਰਵਾਰ, ਜਿਹੜੇ ਤੇ ਤੁਸੀਂ ਆਉਣਾ, ਤੁਸੀਂ ਆ ਕੇ ਉਸ ਦਿਨ ਦੇ ਜਿਹੜਾ ਸਾਡਾ ਸੈਮੀਨਾਰ ਹੈਗਾ, ਸਾਡੀ ਜਿਹੜੀ ਵਰਕਸ਼ਾਪ ਹੈਗੀ, ਜਿਹੜਾ ਉਹਨਾਂ ਕਿਸਾਨਾਂ ਦੀ ਜਿਹੜੀ ਜਥੇਬੰਦੀ ਜਿਹੜੀ ਮੀਟਿੰਗ ਹੋ ਰਹੀ ਹੈ, ਉਹਦੇ 'ਚ ਭਾਗ ਲੈ ਸਕਦੇ ਨੇ, ਉਹਦੇ ਮੈਂਬਰ ਵੀ ਬਣ ਸਕਦੇ ਨੇ, ਤਾਂ ਕਿ ਮਤਲਬ ਕਿ ਹੋਰ ਜਿਹੜੀਆਂ ਵੀ ਸਮੱਸਿਆ, ਜੇ ਉਹਨਾਂ ਕੋਲ ਆਪਣੀ ਕੋਈ ਔਕੜ ਹੈਗੀ, ਉਹ ਵੀ ਉਸ ਦਿਨ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ। ਹਾਂਜੀ ਡਾਕਟਰ ਸਾਹਿਬ, ਇਹਦੇ ਤੋਂ ਬਾਅਦ 'ਚ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਮੰਨ ਲਓ ਕੋਈ ਕਿਸਾਨ ਵੀਰ ਪ੍ਰੋਬਲਮ 'ਚ ਆ, ਉਹਦੇ ਜਾਨਵਰ ਬਿਮਾਰ ਹੋ ਗਏ, ਮੱਛੀਆਂ ਬਿਮਾਰ ਹੋ ਗਈਆਂ, ਤਾਂ ਉਹ ਕਿਸ ਤਰ੍ਹਾਂ ਯੂਨੀਵਰਸਿਟੀ ਨਾਲ ਜਿਹੜਾ ਹੈ ਆਪਣਾ ਸੰਪਰਕ ਕਾਇਮ ਕਰ ਸਕਦਾ ਹੈ? ਜਿਹੜੇ ਪਸ਼ੂ ਪਾਲਕ, ਕਈ ਵਾਰ ਦੇਖੋ ਜਿੰਦਾ ਚੀਜ਼ ਹੈਗੀਆਂ, ਸਮੱਸਿਆਵਾਂ ਆਉਣੀਆਂ ਹੈਗੀਆਂ, ਪਰ ਸਾਡਾ ਹੱਲ ਇਹ ਹੁੰਦਾ ਵੀ ਜਿਸ ਵੇਲੇ ਉਹ ਕਿਸਾਨ ਸਮੱਸਿਆ ਚਾਹੇ ਪਸ਼ੂ ਪਾਲਕ ਸਮੱਸਿਆ, ਉਹਨੂੰ ਹੱਲ ਦਿੱਤਾ ਜਾਵੇ। ਉਹ ਮਤਲਬ ਕਿ ਬੇਸਿਕਲੀ ਤਾਂ ਜਿਹੜਾ ਕਿ ਪਸ਼ੂ ਪਾਲਣ ਵਿਭਾਗ ਬਣਾਇਆ, ਮੱਛੀ ਪਾਲਣ ਵਿਭਾਗ ਬਣਾਇਆ, ਡੇਅਰੀ ਵਿਭਾਗ ਬਣਾਇਆ, ਉਹ ਸਿਹਤ ਦਾ ਧਿਆਨ ਰੱਖਦੇ ਨੇ, ਦੇਖਦੇ ਨੇ। ਕਿਉਂਕਿ ਯੂਨੀਵਰਸਿਟੀ ਵੀ ਬਣੀ ਹੈ, ਅਸੀਂ ਵੀ ਪਸ਼ੂ ਪਾਲਕਾਂ ਨਾਲ ਜੁੜੇ ਹਾਂ, ਅਤੇ ਸਾਡੇ ਕੋਲ ਇੱਕ ਮਹਿਕਮਾ ਹੈਗਾ ਜਿਹਨੂੰ ਆਪਾਂ ਐਨੀਮਲ ਡਿਜ਼ੀਜ਼ ਰਿਸਰਚ ਸੈਂਟਰ ਕਹਿ ਦਿੰਦੇ ਹਾਂ। ਉੱਥੋਂ ਮਤਲਬ ਕਿ ਉੱਥੇ ਉਹਨਾਂ ਦੇ ਜਿਹੜਾ ਮੁਖੀ ਹੈਗੇ, ਜਿਹੜੇ ਉਹਨਾਂ ਦੇ ਇੰਚਾਰਜ ਹੈਗੇ, 0161 241 4030 ਤੇ ਉਸ 'ਤੇ ਸੰਪਰਕ ਕਰ ਸਕਦੇ ਨੇ। ਦੂਜੇ ਪਾਸੇ ਉਹ ਸਾਡਾ ਜਿਹੜਾ ਐਕਸਟੈਂਸ਼ਨ ਡਿਪਾਰਟਮੈਂਟ ਹੈ, ਜਿਹੜਾ ਸਾਡਾ ਟੈਲੀਫੋਨ ਹੈਲਪਲਾਈਨ ਨੰਬਰ ਹੈ, ਉਸ 'ਤੇ 241 4005 ਤੇ ਸਾਡੇ ਨਾਲ ਸੰਪਰਕ ਕਰਕੇ ਜਿਹੜੀ ਵੀ ਤੁਹਾਡੀ ਸਮੱਸਿਆ ਹੈ, ਉਹਦਾ ਹੱਲ ਅਸੀਂ ਪੂਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਹਾਡੀ ਸਮੱਸਿਆ ਸਰਜਰੀ ਦੀ ਹੈ, ਜੇ ਤੁਹਾਡੀ ਸਮੱਸਿਆ ਗਾਇਨੀ ਦੀ ਹੈ, ਅਸੀਂ ਉਸ ਹਿਸਾਬ ਨਾਲ ਉਹਨੂੰ ਦੱਸ ਦਿੰਦੇ ਵੀ ਤੁਸੀਂ ਉੱਥੇ ਸੰਪਰਕ ਕਰ ਲਓ, ਤੁਸੀਂ ਇੱਦਾਂ ਪਸ਼ੂ ਨੂੰ ਲਿਆਓ, ਇੱਦਾਂ ਟ੍ਰੇਨਿੰਗ ਕਰ ਲਓ। ਅਸੀਂ ਮਤਲਬ ਕਿ ਇਸ 'ਤੇ ਜੇ ਪਸ਼ੂ ਪਾਲਕ ਨੂੰ ਕੋਈ ਸਮੱਸਿਆ ਹੈਗੀ ਹੈ ਤੇ 241 4005 241 4030 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸੰਪਰਕ ਕਰਕੇ ਅਸੀਂ ਮਤਲਬ ਯੂਨੀਵਰਸਿਟੀ ਨਾਲ ਜੁੜੋਗੇ, ਤੁਹਾਨੂੰ ਕੋਈ ਨਾ ਕੋਈ ਹੱਲ ਜ਼ਰੂਰ ਮਿਲੇਗਾ। ਠੀਕ ਹੈ ਜੀ। ਡਾਕਟਰ ਸਾਹਿਬ, ਹੁਣ ਇੱਕ ਗੱਲ ਹੋਰ ਦੱਸੋ ਕਿ ਮੰਨ ਲਓ ਕੋਈ ਨਵਾਂ ਕਿਸਾਨ ਇਹਨਾਂ ਧੰਦਿਆਂ ਨੂੰ ਅਪਣਾਉਣਾ ਚਾਹੁੰਦਾ ਹੈ, ਪਰ ਉਹਨੂੰ ਕਈ ਵਾਰੀ ਇਹਨਾਂ ਧੰਦਿਆਂ ਬਾਰੇ, ਜਿੱਦਾਂ ਬੱਕਰੀ ਪਾਲਣ ਵਾਲੇ, ਸੂਰ ਪਾਲਣ ਬਾਰੇ ਗਿਆਨ ਨਹੀਂ ਹੁੰਦਾ। ਸੋ ਕੁਝ ਟ੍ਰੇਨਿੰਗਸ ਵੀ ਹੈ ਜਿਹੜੀਆਂ ਤੁਸੀਂ ਆਪਣੀ ਯੂਨੀਵਰਸਿਟੀ ਵੱਲੋਂ ਲਵਾਈਆਂ ਜਾਂਦੀਆਂ ਹਨ? ਹਾਂ, ਇਹ ਤੁਸੀਂ ਡਾਕਟਰ ਸਾਹਿਬ ਬਹੁਤ
ਜਿਹੜਾ ਢੁਕਵਾਂ ਜਿਹੜੇ ਸਾਡੇ ਨਵੇਂ ਜਿਹੜੇ ਨੌਜਵਾਨ ਹੈਗੇ ਬੱਚੇ ਹੈ ਜਿਨ੍ਹਾਂ ਕੋਲ ਨੌਕਰੀ ਨਹੀਂ ਹੈਗੀ, ਆਪਾਂ ਕਹਿੰਦੇ ਆ ਵੀ ਹੁਣ ਆਪ ਹੀ ਆਪਾਂ ਆਪਣੀ ਨੌਕਰੀ ਕਰਨੀ ਹੈ, ਆਪ ਹੀ ਆਪਾਂ ਕੰਮ ਕਰਨਾ ਤੇ ਲੋਕਾਂ ਨੂੰ ਵੀ ਰੁਜ਼ਗਾਰ ਦੇਣਾ ਤੇ ਉਹਦੇ 'ਚ ਅਸੀਂ ਜਿਹੜੇ ਵੀ ਪਸ਼ੂ ਪਾਲਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਸਾਡਾ ਜਿਹੜਾ ਮੈਂ ਐਕਸਟੈਂਸ਼ਨ ਡਿਪਾਰਟਮੈਂਟ ਜਿਹਦੀ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਹ ਜਿਹੜਾ ਹੈ ਡਿਪਾਰਟਮੈਂਟ ਹੈਗਾ, ਇਹ ਅਸੀਂ ਟ੍ਰੇਨਿੰਗਾਂ ਦਿੰਦੇ ਹਾਂ। ਵੱਖ-ਵੱਖ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਹੁੰਦੇ ਆ ਪਸ਼ੂ ਪਾਲਣ ਵਾਸਤੇ ਜਾਂ ਲਵੇਰਿਆਂ ਵਾਸਤੇ, ਸੂਰ ਪਾਲਕਾਂ ਵਾਸਤੇ ਜਿਹੜੇ ਸੂਰ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ, ਬੱਕਰੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ, ਮੁਰਗੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ, ਮੱਛੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ। ਇਹਨਾਂ ਵਾਸਤੇ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਸਾਡੇ ਚੱਲਦੇ ਰਹਿੰਦੇ ਨੇ, ਸਾਰਾ ਸਾਲ ਹੁੰਦੇ ਰਹਿੰਦੇ ਨੇ। ਉਹਦੇ ਵਾਸਤੇ ਸਾਡੇ ਨਾਲ ਇੱਕ ਤਾਂ ਨੰਬਰ ਮੈਂ ਦੱਸਿਆ ਉਸ ਤੇ ਸੰਪਰਕ ਕਰੋ, ਦੂਜਾ ਸਾਡਾ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ www.gadwasu.in ਇਸ 'ਤੇ ਸੰਪਰਕ ਕਰੋ। ਉੱਥੇ ਸਾਡਾ ਇੱਕ ਕਿਸਾਨਾਂ ਦਾ ਇੱਕ ਕਾਰਨਰ ਹੈਗਾ, ਉੱਥੇ ਸਾਡਾ ਟ੍ਰੇਨਿੰਗ ਪਰਫਾਰਮਾ ਪਿਆ ਹੈਗਾ, ਉਹਨੂੰ ਡਾਊਨਲੋਡ ਕਰਕੇ ਭਰ ਕੇ ਸਾਡੇ ਕੋਲ ਭੇਜ ਦਿਓ ਜਦ ਸਾਡਾ ਸ਼ਡਿਊਲ ਆਊਗਾ, ਕਿਉਂਕਿ ਯੂਨੀਵਰਸਿਟੀ ਨੇ ਟਾਈਮ ਮਿੱਥਿਆ ਹੋਇਆ। ਜਿਵੇਂ ਸਾਡੀ ਡੇਅਰੀ ਦੀ ਟ੍ਰੇਨਿੰਗ ਹੈ ਉਹ ਜਨਵਰੀ 'ਚ ਹੋਣੀ ਹੈ, ਮਈ 'ਚ ਹੋਣੀ ਹੈ, ਜੁਲਾਈ 'ਚ ਹੋਣੀ ਹੈ। ਐਵੇਂ ਸਾਡੀ ਹੁਣ ਸਰਦੀਆਂ 'ਚ ਜਿਹੜੀ ਮੁਰਗੀਆਂ ਦੀ ਟ੍ਰੇਨਿੰਗ ਹੋਣੀ ਹੈ, ਐਵੇਂ ਸਾਡੇ ਸਮੇਂ ਮਿੱਥੇ ਹੋਏ ਹੈਗੇ ਆ। ਸਾਡੇ ਟ੍ਰੇਨਿੰਗ ਪ੍ਰੋਗਰਾਮ ਵੱਖ-ਵੱਖ ਸਮੇਂ 'ਤੇ ਚੱਲਦੇ ਰਹਿੰਦੇ ਨੇ, ਕੋਈ 2 ਹਫ਼ਤੇ ਦਾ, ਕੋਈ 1 ਹਫ਼ਤੇ ਦਾ। ਜਿਹੜਾ ਵੀ ਸਾਡਾ ਕਿਸਾਨ ਵੀਰ ਪਸ਼ੂ ਪਾਲਕ ਜਿਹੜੀ ਵੀ ਟ੍ਰੇਨਿੰਗ ਕਰਨਾ ਚਾਹੁੰਦਾ ਹੈਗਾ ਉਹ ਟ੍ਰੇਨਿੰਗ ਕਰ ਸਕਦਾ ਹੈ, ਕਿਉਂਕਿ ਦੇਖੋ ਅੱਜ ਕੱਲ੍ਹ ਗਿਆਨ ਦਾ ਯੁੱਗ ਹੈ। ਜਿਵੇਂ ਅਸੀਂ ਕਹਿੰਦੇ ਗਿਆਨ, ਧਿਆਨ ਤੇ ਸਮਾਨ ਤੁਸੀਂ ਤਾਂ ਲੈਣਾ ਜੇ ਤੁਹਾਨੂੰ ਗਿਆਨ ਹੋਊਗਾ। ਜੇ ਗਿਆਨ ਲੈ ਲਿਆ ਤੁਸੀਂ, ਉਹ ਗਿਆਨ ਵਾਸਤੇ ਤੁਹਾਨੂੰ ਯੂਨੀਵਰਸਿਟੀ ਆਉਣਾ ਪੈਣਾ। ਯੂਨੀਵਰਸਿਟੀ ਤੋਂ ਗਿਆਨ ਲਓ, ਟ੍ਰੇਨਿੰਗ ਲਓ, ਉਸ ਤੋਂ ਬਾਅਦ ਤੁਸੀਂ ਸਮਾਨ ਖਰੀਦੋ। ਸਮਾਨ ਖਰੀਦ ਕੇ ਉਹਦਾ ਫਿਰ ਤੁਸੀਂ ਧਿਆਨ ਰੱਖੋ। ਜੇ ਤਿੰਨੋਂ ਚੀਜ਼ਾਂ ਦੇ ਨਾਲ ਆਪਾਂ ਕੰਮ ਕਰਾਂਗੇ ਤਾਂ ਹੀ ਸਾਨੂੰ ਫਾਇਦਾ ਹੋਏਗਾ। ਫਿਰ ਆਪਾਂ ਆਪਣੀ ਇਨਕਮ ਵਧਾ ਸਕਦੇ ਹਾਂ, ਦੂਜਿਆਂ ਨੂੰ ਵੀ ਰੁਜ਼ਗਾਰ ਦੇ ਸਕਦੇ, ਆਪਾਂ ਇੱਥੇ ਤੱਕ ਪਹੁੰਚ ਸਕਦੇ ਹਾਂ। ਡਾਕਟਰ ਸਾਹਿਬ, ਜੇ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਕਿ ਔਰਤਾਂ ਜਿਹੜੀਆਂ ਏ ਪਸ਼ੂ ਪਾਲਣ ਦੇ ਧੰਦੇ ਵਿੱਚ ਬੜੀ ਡੂੰਘੀ ਉਹਨਾਂ ਦੀ ਸਾਂਝ ਆ ਅਤੇ ਬੜੇ ਚੰਗੀ ਤਰ੍ਹਾਂ ਪਸ਼ੂਆਂ ਨੂੰ ਪਾਲਦੀਆਂ ਨੇ, ਕਿ ਉਹਨਾਂ ਵਾਸਤੇ ਵੀ ਕੋਈ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮਸ ਹੈ ਜਿਹੜੇ ਯੂਨੀਵਰਸਿਟੀ ਆਪਣੀ ਲਗਾਉਂਦੀ ਹੈ? ਦੇਖੋ, ਇੱਕ ਗਰੁੱਪ ਦੇ ਤੌਰ 'ਤੇ ਜੇ ਸਾਡੇ ਕੋਲ ਔਰਤਾਂ ਆ ਜਾਣ ਤਾਂ ਅਸੀਂ ਸਪੈਸ਼ਲੀ ਖਾਸ ਤੌਰ 'ਤੇ ਉਹਨਾਂ ਵਾਸਤੇ ਅਸੀਂ ਟ੍ਰੇਨਿੰਗ ਪ੍ਰੋਗਰਾਮ ਲਗਾ ਦਿੰਦੇ ਹਾਂ। ਵੈਸੇ ਸਾਡੇ ਕੋਲ ਜਦ ਵੀ ਕੋਈ ਟ੍ਰੇਨਿੰਗ ਪ੍ਰੋਗਰਾਮ ਚੱਲਦਾ ਹੈ, ਉਹਦੇ 'ਚੋਂ 5-7% ਉਹਦੇ 'ਚੋਂ ਸਾਡੇ ਕੋਲ ਅਕਸਰ ਜਿਹੜੀਆਂ ਹੈ ਕਿਸਾਨ ਬੀਬੀਆਂ ਜਿਹੜੀਆਂ ਸਾਡੇ ਕੋਲ ਲੇਡੀਜ਼ ਹੁੰਦੀਆਂ ਹੈਗੀਆਂ। ਅਤੇ ਮੈਂ ਆਪਣੇ ਜਿਹੜੀ ਸਾਡੀਆਂ ਕਿਸਾਨ ਬੀਬੀਆਂ ਹੈਗੀਆਂ, ਜਿਹੜੇ ਵੀ ਚਾਹਵਾਨ ਹੈਗੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਯੂਨੀਵਰਸਿਟੀ ਖਾਸ ਤੌਰ 'ਤੇ ਇਹ ਔਰਤਾਂ ਵਾਸਤੇ, ਵਿਮਨ ਵਾਸਤੇ, ਬੀਬੀਆਂ ਵਾਸਤੇ ਟ੍ਰੇਨਿੰਗ ਦਾ ਕੋਈ ਖਰਚਾ ਨਹੀਂ ਹੈ। ਆਮ ਤੌਰ 'ਤੇ ਜੇ ਆਪਾਂ ਡੇਅਰੀ ਦੀ ਗੱਲ ਕਰੀਏ, ਡੇਅਰੀ ਟ੍ਰੇਨਿੰਗ ਸਾਡੀ 2 ਹਫ਼ਤੇ ਦੀ ਹੈ, ਅਸੀਂ 500 ਰੁਪਏ ਯੂਨੀਵਰਸਿਟੀ ਲੈਂਦੀ ਹੈਗੀ ਹੈ। ਜੇ ਕੋਈ ਕਿਸਾਨ ਬੀਬੀ ਕਰਨੀ ਚਾਹੁੰਦੇ ਉਹਨੂੰ ਅਸੀਂ ਫ੍ਰੀ ਕਰਾਉਂਦੇ ਹਾਂ। ਇਸ ਕਹਿਣ ਦਾ ਮਤਲਬ ਹੈ ਕਿ ਯੂਨੀਵਰਸਿਟੀ ਨੇ ਆਪਣੇ ਵੱਲੋਂ, ਕਿਉਂਕਿ ਤੁਹਾਨੂੰ ਪਤਾ ਹੈ ਵੀ ਪਸ਼ੂ ਪਾਲਣ 'ਚ ਬੀਬੀਆਂ ਦਾ ਬਹੁਤ ਵੱਡਾ ਰੋਲ ਹੈ, ਬਹੁਤ ਕੰਮ ਪੱਠੇ ਪਾਉਣ ਤੋਂ ਲੈ ਕੇ ਦੁੱਧ ਚੁਆਈ ਤੱਕ ਉਹਨਾਂ ਦਾ ਰੋਲ ਚੱਲਦਾ ਹੈਗਾ। ਗਾਹਾਂ ਜਿਹੜਾ ਵੇਚਣਾ ਵੀ ਹੈਗਾ, ਦੇਣਾ ਵੀ ਹੈ, ਜਾਂ ਆਪਾਂ ਉੱਥੇ ਪਾਉਣਾ, ਸੁਸਾਇਟੀ 'ਚ ਪਾਉਣਾ, ਉੱਥੇ ਤੱਕ ਪਹੁੰਚਾ ਕੇ ਆਉਂਦੀਆਂ। ਇਹ ਸਾਰਾ ਕੰਮ ਉਹਨਾਂ ਦਾ ਹੁੰਦਾ ਹੈਗਾ। ਅਤੇ ਪੈਸੇ ਕਹਿੰਦੇ ਜਿਵੇਂ ਬੰਦੇ ਇਕੱਠੇ ਕਰਦੇ ਨੇ, ਅਤੇ ਉਹ ਕਹਿਣ ਦਾ ਮਤਲਬ ਕਿ ਬੀਬੀਆਂ ਦਾ ਬਹੁਤ ਰੋਲ ਹੋਣ ਕਰਕੇ ਜੇ ਆਪਾਂ ਬੀਬੀਆਂ ਨੂੰ ਸੁਧਾਰ ਦਾਂਗੇ, ਉਹਨਾਂ ਨੂੰ ਆਪਾਂ ਗਿਆਨ ਦੇ ਦਾਂਗੇ, ਤਾਂ ਆਟੋਮੈਟਿਕਲੀ ਸਾਡਾ ਪਸ਼ੂ ਪਾਲਣ ਦਾ ਧੰਦਾ ਵਧੀਆ ਹੋ ਜਾਏਗਾ। ਇਸ ਕਰਕੇ ਯੂਨੀਵਰਸਿਟੀ ਨੇ ਇਹ ਸੋਚ ਰੱਖੀ ਹੈ ਕਿ ਆਪਾਂ ਲੇਡੀਜ਼ ਤੋਂ, ਵਿਮਨ ਤੋਂ, ਬੀਬੀਆਂ ਤੋਂ ਕੋਈ ਪੈਸਾ ਨਹੀਂ ਲੈਣਾ ਟ੍ਰੇਨਿੰਗ ਦਾ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ ਡਾਕਟਰ ਸਾਹਿਬ। ਇੱਕ ਮੈਂ ਹੋਰ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਵੈਲਿਊ ਐਡੀਸ਼ਨ ਦੀ ਬੜੀ ਗੱਲ ਚੱਲਦੀ ਹੈ ਕਿ ਦੁੱਧ ਅਤੇ ਮੀਟ ਨੂੰ ਆਪਾਂ ਉਹਨਾਂ ਦੇ ਉਤਪਾਦ ਨੂੰ ਹੋਰ ਗੁਣਵੱਤਾ ਵਧਾ ਕੇ ਵੇਚ ਸਕਦੇ। ਉਹਦੇ ਬਾਰੇ ਯੂਨੀਵਰਸਿਟੀ ਕੀ ਕਰ ਰਹੀ ਹੈ? ਕਿਸਾਨ ਵੀਰ ਕਿਸ ਤਰ੍ਹਾਂ ਤੁਹਾਡੇ ਤੋਂ ਸੇਧ ਲੈ ਸਕਦੇ ਹਨ? ਯੂਨੀਵਰਸਿਟੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਆਪਾਂ ਇਕੱਲਾ ਦੁੱਧ ਵੇਚਾਂਗੇ ਤਾਂ ਉਹਦੇ 'ਚ ਇੰਨੀ ਇਨਕਮ ਨਹੀਂ ਹੁੰਦੀ। ਜਿਵੇਂ ਦੁੱਧ ਦੇ ਆਪਾਂ ਪਦਾਰਥ ਬਣਾਈ ਜਾਵਾਂਗੇ, ਉਹਦੀ ਗੁਣਵੱਤਾ ਵਧਾਈ ਜਾਵਾਂਗੇ, ਆਪਾਂ ਉਹਦਾ ਪਨੀਰ ਬਣਾ ਲਿਆ, ਉਹਦਾ ਚੀਜ਼ ਬਣਾ ਲਿਆ, ਉਹਦੀ ਆਪਾਂ ਆਈਸਕ੍ਰੀਮ ਬਣਾ ਲਈ, ਉਸ ਹਿਸਾਬ ਨਾਲ ਉਹਦੀ ਇਨਕਮ ਜਿਹੜੀ ਹੈ ਪਸ਼ੂ ਪਾਲਕ ਦੀ ਵੱਧ ਜਾਂਦੀ ਹੈ, ਡੇਅਰੀ ਪਾਲਕ ਦੀ ਵੱਧ ਜਾਂਦੀ ਹੈ। ਇਸ ਕਰਕੇ ਜਿਹੜੀ ਹਰੇਕ ਚੀਜ਼ 'ਚ ਵੈਲਿਊ ਐਡੀਸ਼ਨ, ਗੁਣਵੱਤਾ ਬਹੁਤ ਜ਼ਰੂਰੀ ਹੈ, ਚਾਹੇ ਉਹ ਮੀਟ ਦੀ ਹੈ, ਚਾਹੇ ਦੁੱਧ ਦੀ ਹੈ, ਚਾਹੇ ਅੰਡੇ ਦੀ ਹੈ। ਇਸ ਕਰਕੇ ਸਾਡੇ ਜਿਹੜੇ 2-3 ਵਿਭਾਗ ਹੈ ਇਸ 'ਤੇ ਕੰਮ ਕਰ ਰਹੇ ਨੇ। ਸਾਡੇ ਕੋਲ ਜਿਹੜਾ ਡਿਪਾਰਟਮੈਂਟ ਆਫ ਲਾਈਵ ਸਟਾਕ ਟੈਕਨੋਲੋਜੀ, ਉਹਦਾ ਕੰਮ ਹੀ ਇਹ ਹੈ, ਉਹ ਮੀਟ ਦੇ ਵੱਖਰੇ ਪਦਾਰਥ ਬਣਾਉਣਾ, ਉਹਨਾਂ ਦੀ ਗੁਣਵੱਤਾ ਵਧਾਉਣੀ ਹੈ, ਉਹਨੂੰ ਕਿਵੇਂ ਆਪਾਂ ਸੰਭਾਲ ਸਕਦੇ ਹਾਂ, ਕਿਵੇਂ ਉਹਦੇ ਪੈਸੇ ਕਿਸਾਨ ਜ਼ਿਆਦਾ ਕਮਾ ਸਕਦੇ, ਉਹਦੀ ਵੈਲਿਊ ਐਡੀਸ਼ਨ ਕਰਕੇ। ਦੂਜੇ ਪਾਸੇ ਦੁੱਧ ਹੈ, ਸਾਡਾ ਡੇਅਰੀ ਕਾਲਜ ਹੈਗਾ, ਉਹ ਇਹੀ ਕੰਮ ਕਰਦਾ ਕਿ ਦੁੱਧ ਦੀ ਗੁਣਵੱਤਾ ਕਿਵੇਂ ਵਧਾਉਣੀ ਹੈ, ਉਹਨੂੰ ਕਿਵੇਂ ਸੰਭਾਲਣਾ, ਉਹਦੀ ਸ਼ੈਲਫ ਲਾਈਫ ਕਿਵੇਂ ਵਧਾਉਣੀ ਹੈ, ਉਹਦੇ ਵੱਖਰੇ ਵੱਖਰੇ ਪਦਾਰਥ ਬਣਾਉਣੇ ਆ। ਤੀਜੇ ਪਾਸੇ ਜਿਵੇਂ ਹੁਣ ਮੱਛੀ ਹੈ, ਮੱਛੀ ਦੀ ਵੀ ਅਸੀਂ ਗੁਣਵੱਤਾ ਵਧਾ ਸਕਦੇ ਹਾਂ। ਕਹਿਣ ਦਾ ਮਤਲਬ ਹੈ ਕਿ ਵੈਲਿਊ ਐਡੀਸ਼ਨ 'ਤੇ ਯੂਨੀਵਰਸਿਟੀ ਨੇ ਪੂਰਾ ਜ਼ੋਰ ਲਾਇਆ ਹੋਇਆ। ਪ੍ਰੋਸੈਸਿੰਗ ਦਾ ਜ਼ਮਾਨਾ ਹੈਗਾ, ਇਸ ਕਰਕੇ ਚਾਹੇ ਉਹ ਮੀਟ ਦੀ ਗੱਲ ਹੋਵੇ, ਚਾਹੇ ਅੰਡੇ ਦੀ ਗੱਲ ਹੋਵੇ, ਚਾਹੇ ਮੱਛੀ ਦੀ ਗੱਲ ਹੋਵੇ, ਚਾਹੇ ਦੁੱਧ ਦੀ ਗੱਲ ਹੋਵੇ, ਉਹਦੀ ਗੁਣਵੱਤਾ ਵਧਾ ਕੇ ਅਸੀਂ ਉਹਦੇ ਵਾਸਤੇ ਉਹਦੀ ਗੁਣਵੱਤਾ ਵਧਾ ਕੇ
ਕਿਸਾਨਾਂ ਨੂੰ, ਪਸ਼ੂ ਪਾਲਕਾਂ ਨੂੰ ਇਹ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ, ਉਹਨਾਂ ਨੂੰ ਸਿਖਾਉਂਦੇ ਵੀ ਹੈ। ਅਸੀਂ ਆਪਣੇ ਇਹ ਖੋਜ ਦੇ ਇੱਕ ਸਾਡੇ ਵਾਸਤੇ ਇਹ ਖੋਜ ਦਾ ਇੱਕ ਏਰੀਆ ਵੀ ਹੈ, ਇਹਦੇ 'ਚ ਅਸੀਂ ਖੋਜ ਵੀ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਕਰਕੇ ਤਾਂ ਕਿ ਜਿਹੜਾ ਹੈ ਮੁੱਖ ਸਾਡਾ ਜਿਹੜਾ ਜ਼ਿੰਮਾ ਹੈ, ਸਾਡਾ ਕੰਮ ਹੈ ਪਸ਼ੂ ਪਾਲਕ ਦੀ ਆਮਦਨੀ ਵਧਾਉਣਾ, ਪਸ਼ੂ ਪਾਲਣ ਦੇ ਨਾਲ। ਉਸ ਕਰਕੇ ਇਹ ਕੰਮ ਕਰਾਂਗੇ ਤਾਂ ਹੀ ਉਹਦੀ ਜਿਹੜੀ ਆਮਦਨੀ 'ਚ ਵਾਧਾ ਹੋਏਗਾ। ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ, ਕਈ ਵਾਰ ਕੀ ਹੁੰਦਾ ਕਿ ਕਈ ਕਿਸਾਨ ਵੀਰ ਆਪਣੇ ਰੁਝੇਵਿਆਂ ਕਰਕੇ ਜਾਂ ਦੂਰੀ ਕਰਕੇ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਉਹ ਨਹੀਂ ਲਾ ਸਕਦੇ, ਸੋ ਕੀ ਯੂਨੀਵਰਸਿਟੀ ਵੱਲੋਂ ਕੋਈ ਲਿਟਰੇਚਰ ਜਾਂ ਸਾਹਿਤ ਵੀ ਹੈ ਜਿਹਨੂੰ ਉਹ ਲੈ ਸਕਦੇ ਨੇ ਤੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਨੇ? ਜਿਹੜੇ ਦੂਰ ਦਰਾਡੇ ਸਾਡੇ ਕਿਸਾਨ ਵੀਰ, ਸਾਡੇ ਪਸ਼ੂ ਪਾਲਕ ਹੈਗੇ, ਹਰੇਕ ਵਾਰ ਸਾਡੇ ਕੋਲ ਆ ਨਹੀਂ ਸਕਦੇ। ਕਈ ਵਾਰ ਘਰ ਤਾਂ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਨਿਊਕਲੀਅਰ ਫੈਮਲੀਆਂ ਹੋ ਗਈਆਂ, ਫੈਮਲੀਆਂ ਘਟੀ ਜਾਂਦੀਆਂ ਗਾਹਾਂ, ਤੁਹਾਨੂੰ ਪਤਾ ਵੀ ਬੱਚੇ ਇੱਕ ਇੱਕ ਦੋ ਦੋ, ਇਸ ਕਰਕੇ ਜਿਹੜਾ ਹੈਗਾ ਹਰੇਕ ਜਿਹੜਾ ਹੈ ਕਿਸਾਨ ਉਹ ਯੂਨੀਵਰਸਿਟੀ ਲੁਧਿਆਣੇ ਨਹੀਂ ਪਹੁੰਚ ਸਕਦਾ। ਇਸ ਕਰਕੇ ਯੂਨੀਵਰਸਿਟੀ ਕੀ ਕਰਦੀ ਹੈ, ਸ਼ੁੱਧ ਆਪਣੀ ਪੰਜਾਬੀ 'ਚ ਆਪਾਂ ਕਿਤਾਬਾਂ ਛਾਪੀਆਂ ਹੈਗੀਆਂ ਤੇ ਉਹ ਸਾਡੇ ਕੋਲ ਕਿਤਾਬਾਂ ਸਾਹਿਤ ਉਪਲਬਧ ਹੈਗਾ। ਕਿਤਾਬਾਂ ਡੇਅਰੀ ਵਾਸਤੇ ਵੀ ਹੈਗੀਆਂ, ਬੱਕਰੀ ਵਾਸਤੇ ਵੀ ਹੈ, ਸੂਰਾਂ ਵਾਸਤੇ ਵੀ ਹੈਗਾ, ਮੱਛੀ ਪਾਲਕਾਂ ਵਾਸਤੇ ਵੀ ਹੈ। ਉਹਨਾਂ ਦਾ ਤੁਸੀਂ ਰੱਖ ਰਖਾਵ ਕਿਵੇਂ ਕਰਨਾ ਹੈ, ਬਿਮਾਰੀਆਂ ਤੋਂ ਕਿਵੇਂ ਬਚਣਾ ਹੈਗਾ ਤੇ ਮੌਸਮ ਮੁਤਾਬਕ ਕੀ ਪ੍ਰਬੰਧ ਕਰਨਾ ਹੈ, ਇਹ ਸਾਡੇ ਕੋਲ ਸਾਰਾ ਸਾਹਿਤ ਸ਼ੁੱਧ ਪੰਜਾਬੀ 'ਚ ਆਪਣੀ ਭਾਸ਼ਾ 'ਚ ਉਪਲਬਧ ਹੈਗਾ। ਜਿਹੜੇ ਸਾਡੇ ਸਾਇੰਸਦਾਨ, ਸਾਡੇ ਜਿਹੜੇ ਟੀਚਰ ਸਾਹਿਬਾਨ, ਉਹ ਸਾਡੇ ਜਿਹੜੀਆਂ ਖੋਜਾਂ ਕਰਦੇ ਨੇ, ਉਹ ਫਿਰ ਉਹ ਕਿਤਾਬਾਂ ਲਿਖਦੇ ਨੇ ਸ਼ੁੱਧ ਪੰਜਾਬੀ 'ਚ। ਤੇ ਉਹ ਅਸੀਂ ਜਿਹੜਾ ਹੈ ਸਾਡੇ ਕੋਈ ਬਹੁਤ ਹੀ ਵਾਜਿਬ ਰੇਟ ਤੇ, ਕੋਈ 20 ਰੁਪਏ, ਕੋਈ 30 ਰੁਪਏ, ਕੋਈ 40 ਰੁਪਏ, ਤੇ ਉਸ ਰੇਟ ਤੇ ਅਸੀਂ ਜਿਹੜੀ ਕਿਸਾਨਾਂ ਨੂੰ ਉਪਲਬਧ ਕਰਾਉਂਦੇ ਹਾਂ। ਤੇ ਨਾਲ ਹੀ ਇਹ ਜਿਹੜਾ ਸਾਹਿਤ ਦੇ ਨਾਲ ਨਾਲ ਸਾਡੇ ਕੋਲ ਇੱਕ ਮਹੀਨਾਵਾਰ ਰਸਾਲਾ ਵਿਗਿਆਨਿਕ ਪਸ਼ੂ ਪਾਲਣ ਹੈਗਾ ਤੇ ਉਹਦੇ ਵੀ ਜਿਹੜੇ ਕਿਸਾਨ ਵੀਰ ਉਹਦੇ ਮੈਂਬਰ ਬਣ ਸਕਦੇ। ਸਾਲ ਦਾ ਚੰਦਾ ਉਹਦਾ 250 ਰੁਪਏ ਹੈਗਾ ਤੇ ਉਹਦੇ ਤੁਸੀਂ ਮੈਂਬਰ ਬਣ ਕੇ ਤੁਹਾਡੇ ਕੋਲ ਮੈਗਜ਼ੀਨ ਲਗਾਤਾਰ ਤੁਹਾਡੇ ਕੋਲ ਘਰ ਜਾਏਗੀ, ਤੁਸੀਂ ਉਹਨੂੰ ਲਗਾਤਾਰ ਪੜ੍ਹੋ। ਮੌਸਮ ਮੁਤਾਬਕ, ਜੇ ਹੁਣ ਮਾਰਚ ਦਾ ਮਹੀਨਾ ਹੈਗਾ, ਜੇ ਦਸੰਬਰ ਦਾ ਮਹੀਨਾ ਹੈਗਾ, ਸਰਦੀਆਂ 'ਚ ਕਿਵੇਂ ਆਪਾਂ ਸੰਭਾਲ ਕਰਨੀ ਹੈ ਤਾਂ ਉਹਦੇ 'ਚ ਉਹੋ ਜਿਹੇ ਲੇਖ ਹੋਣਗੇ। ਜੇ ਗਰਮੀ ਆ ਗਈ ਤਾਂ ਉਹਦੇ 'ਚ ਉਹੋ ਜਿਹੇ ਲੇਖ ਹੋਣ। ਕਹਿਣ ਦਾ ਮਤਲਬ ਕਿ ਜੋ ਮੌਸਮ ਹੈਗਾ ਉਸ ਮੌਸਮ ਦੇ ਮੁਤਾਬਕ ਕੀ ਉਪਰਾਲੇ ਹੋਣੇ ਚਾਹੀਦੇ, ਪਸ਼ੂਆਂ ਨੂੰ ਕਿਵੇਂ ਸੰਭਾਲਣਾ ਹੈ, ਕਿਹੜੀ ਕਾਰਗੁਜ਼ਾਰੀ ਕਰਨੀ ਹੈ, ਕਿਵੇਂ ਸਾਡੇ ਰੁਝੇਵੇਂ ਹੋਣੇ ਚਾਹੀਦੇ, ਕਿਵੇਂ ਸੰਭਾਲ ਕਰਨੀ, ਉਹ ਸਾਰੀਆਂ ਚੀਜ਼ਾਂ ਉਸ ਮੈਗਜ਼ੀਨ 'ਚ ਦਿੱਤੀਆਂ ਹੁੰਦੀਆਂ ਹੈਗੀਆਂ। ਤੇ ਇਹ ਮੈਗਜ਼ੀਨ ਤੇ ਇਹ ਕਿਤਾਬਾਂ ਸਾਡੇ ਜਿਹੜੇ ਲੁਧਿਆਣਾ ਜਿਹੜੇ ਐਕਸਟੈਂਸ਼ਨ ਡਿਪਾਰਟਮੈਂਟ ਹੈਗਾ ਉਸ ਤੋਂ ਖਰੀਦੀਆਂ ਜਾ ਸਕਦੀਆਂ ਨੇ। ਬਾਕੀ ਸਾਡੇ ਯੂਨੀਵਰਸਿਟੀ ਦੇ 2-3 ਸੈਂਟਰ ਬਣੇ ਹੈਗੇ, ਜਿਹੜੇ ਰੀਜਨਲ ਰਿਸਰਚ ਅਤੇ ਟ੍ਰੇਨਿੰਗ ਸੈਂਟਰ, ਜਿਹਨੂੰ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਕਹਿੰਦੇ ਆ, ਉਹ ਸਾਡੇ ਇੱਕ ਬਠਿੰਡੇ ਕਾਲਚ ਰਾਣੀ ਵਿਖੇ ਖੁੱਲ੍ਹਿਆ ਹੈਗਾ, ਦੂਜਾ ਸਾਡਾ ਤਰਨਤਾਰਨ ਖੁੱਲ੍ਹਿਆ ਹੈਗਾ, ਤੀਜਾ ਸਾਡਾ ਤਲਵਾੜਾ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਹੈਗਾ। ਉੱਥੇ ਵੀ ਅਸੀਂ ਮਤਲਬ ਕਿ ਜੇ ਪਸ਼ੂ ਪਾਲਕ ਉੱਥੇ ਸੰਪਰਕ ਕਰੇ ਤੇ ਉੱਥੋਂ ਵੀ ਇਹ ਕਿਤਾਬਾਂ ਉਹ ਲੈ ਸਕਦਾ ਹੈ। ਜਿਹੜਾ ਸਾਇੰਟਿਸਟ, ਜਿਹੜਾ ਉੱਥੇ ਟੀਚਰ ਹੈਗਾ, ਉਹਨੂੰ ਰਿਕੁਐਸਟ ਕਰਕੇ ਕਈ ਵਾਰ ਜੇ ਨਹੀਂ ਹੈਗੀ ਤਾਂ ਲੁਧਿਆਣੇ ਤੋਂ ਅਕਸਰ ਉਹਨਾਂ ਦਾ ਚੱਕਰ ਲੱਗਦਾ ਰਹਿੰਦਾ, ਮੰਗਵਾ ਸਕਦਾ ਹੈ। ਠੀਕ ਹੈ ਜੀ। ਡਾਕਟਰ ਸਾਹਿਬ ਕਈ ਵਾਰੀ ਆਪਾਂ ਦੇਖਦੇ ਕਿ ਬੰਦਾ ਪੜ੍ਹਨ ਨਾਲੋਂ ਦੇਖ ਕੇ ਜ਼ਿਆਦਾ ਸਿੱਖਦਾ ਹੈ, ਕਿ ਯੂਨੀਵਰਸਿਟੀ ਵੱਲੋਂ ਕੋਈ ਮੇਲੇ ਵਗੈਰਾ ਵੀ ਹਨ ਜਿਹੜੇ ਲਗਾਏ ਜਾਂਦੇ ਹਨ ਜਿੱਥੇ ਕਿਸਾਨ ਵੀਰ ਆ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਜੀ? ਹਾਂ, ਇਹ ਵੀ ਕਿਉਂਕਿ ਕਹਿੰਦੇ ਵੀ ਸੀਇੰਗ ਇਜ਼ ਬਲੀਵਿੰਗ, ਜਿਵੇਂ ਅੰਗਰੇਜ਼ੀ ਕਹਿੰਦੇ ਵੀ ਜੋ ਅੱਖੀਂ ਮੈਂ ਦੇਖਿਆ ਉਸੇ ਮੈਨੂੰ ਵਿਸ਼ਵਾਸ ਹੁੰਦਾ ਹੈ। ਕਿਉਂਕਿ ਅੱਜ ਕੱਲ੍ਹ ਜ਼ਮਾਨਾ ਵੀ ਦੇਖੋ ਇਹ ਹੈ ਵੀ ਤੁਸੀਂ ਮੋਬਾਈਲ ਤੇ ਬੈਠੇ ਹੁਣ ਫੋਟੋ ਦੇਖ ਲਓ ਕਿਸੇ ਦੀ ਵੀ, ਉਹਦੇ ਨਾਲ ਫਿਰ ਸਾਨੂੰ ਹੋਰ ਸਾਡੀ ਦਿਮਾਗ ਤੇ ਸਾਡੇ ਜ਼ਿਹਨ 'ਚ ਉਹ ਪਿਕਚਰ ਬਣ ਜਾਂਦੀ ਵੀ ਆਪਾਂ ਇਦਾਂ ਕੰਮ ਕਰਨਾ ਹੈਗਾ। ਇਸ ਵਾਸਤੇ ਯੂਨੀਵਰਸਿਟੀ ਨੇ ਉਪਰਾਲਾ ਕੀਤਾ ਹੈਗਾ। ਮਾਰਚ ਮਹੀਨਾ ਤੇ ਸਤੰਬਰ ਮਹੀਨੇ 'ਚ ਸਾਡੇ ਪਸ਼ੂ ਪਾਲਣ ਮੇਲੇ ਲੱਗਦੇ ਨੇ। ਉਹ ਪਸ਼ੂ ਪਾਲਣ ਮੇਲੇ 'ਚ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੀ ਵੀ ਟੈਕਨੋਲੋਜੀ ਹੈ, ਸਾਡਾ ਜਿਹੜੇ ਕੋਲ ਜਰਮ ਪਲਾਜ਼ਮ ਹੈ, ਸਾਡੀ ਵਧੀਆ ਨਸਲ ਦੀ ਮੱਝ, ਗਾਂ, ਬੱਕਰੀ, ਭੇਡ, ਮੁਰਗੀ, ਤੇ ਇਹ ਸਾਰਾ ਚੀਜ਼ ਅਸੀਂ ਪ੍ਰਦਰਸ਼ਨੀ ਲਗਾਉਂਦੇ ਹਾਂ। ਉਹ ਪਸ਼ੂ ਪਾਲਕਾਂ ਨੂੰ ਦਿਖਾਉਂਦੇ ਹਾਂ ਵੀ ਤੁਸੀਂ ਦੇਖੋ ਜੀ ਅਸੀਂ ਕਿਵੇਂ ਇਹਦੀ ਸਾਂਭ ਸੰਭਾਲ ਕਰਕੇ ਆਹ ਅਸੀਂ ਲਵੇਰਾ ਪੈਦਾ ਕੀਤਾ ਹੈਗਾ, ਤੇ ਉਹ ਦੇਖ ਸਕਦੇ ਆ। ਉਹ ਨਾਲ ਹੀ ਸਾਡਾ ਸਾਹਿਤ, ਨਵੀਆਂ ਟੈਕਨੋਲੋਜੀਆਂ, ਨਵੀਆਂ ਖੋਜਾਂ, ਉਹ ਸਾਰੀਆਂ ਚੀਜ਼ ਅਸੀਂ ਪ੍ਰਦਰਸ਼ਨੀ ਲਗਾਉਂਦੇ ਹਾਂ ਤੇ ਉਹਦੇ 'ਚ ਬਹੁਤ ਕਿਸਾਨ ਵੀਰ ਆਉਂਦੇ ਵੀ ਨੇ ਤੇ ਫਾਇਦਾ ਵੀ ਉਠਾਉਂਦੇ ਨੇ। ਇਸੇ ਕਰਕੇ ਇਹ ਜਿਹੜੇ ਸਾਡੇ ਮੇਲੇ ਆ ਜਿਹੜੇ ਮਾਰਚ ਤੇ ਸਤੰਬਰ 'ਚ ਲੱਗਦੇ ਆ। ਨਾਲ ਹੀ ਗਾਹਾਂ ਫਿਰ ਅਸੀਂ ਕੀ ਕਰਦੇ ਹਾਂ, ਇਹ ਮੇਲੇ ਜਿਹੜੇ ਹੈਗੇ ਆ ਕਿ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਵੀ ਲੱਗਦੇ ਨੇ। ਉਹ ਜਿਹੜੀ ਜਿਹੜੀ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਵੱਖ-ਵੱਖ ਕਿਸਾਨ ਮੇਲੇ ਲਾਉਂਦੇ ਨੇ, ਉਹਦੇ 'ਚ ਵੈਟਰਨਰੀ ਯੂਨੀਵਰਸਿਟੀ ਭਾਗ ਲੈਂਦੀ ਹੈ। ਉਹਦੇ ਵਿੱਚ ਉਹਨਾਂ ਨਾਲ ਜੁੜ ਕੇ ਸਾਡੀ ਪਸ਼ੂ ਪਾਲਕਾਂ ਦੀ ਜਿਹੜੀਆਂ ਵੀ ਸਮੱਸਿਆਵਾਂ ਹੈਗੀਆਂ, ਜੋ ਚੀਜ਼ ਅਸੀਂ ਦਿਖਾਉਣਾ ਚਾਹੁੰਦੇ, ਜੋ ਸਾਹਿਤ ਉਪਲਬਧ ਕਰਾਉਣਾ ਚਾਹੁੰਦੇ, ਉਹ ਚੀਜ਼ਾਂ ਅਸੀਂ ਉਹਨਾਂ ਨੂੰ ਉੱਥੇ ਦਿਖਾਉਂਦੇ ਹਾਂ ਤੇ ਉਪਲਬਧ ਵੀ ਕਰਵਾਉਂਦੇ ਹਾਂ। ਠੀਕ ਹੈ ਜੀ। ਡਾਕਟਰ ਸਾਹਿਬ ਇੱਕ ਹੋਰ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕਈ ਵਾਰੀ ਕੀ ਹੁੰਦਾ, ਆਪਣੇ ਪਸ਼ੂਆਂ ਦੇ ਇਲਾਜ ਲਈ ਪਿੰਡਾਂ 'ਚ ਸੁਵਿਧਾਵਾਂ ਨਹੀਂ ਅਵੇਲੇਬਲ ਹੁੰਦੀਆਂ, ਸੋ ਕੀ ਯੂਨੀਵਰਸਿਟੀ ਵੱਲੋਂ ਕੋਈ ਕੈਂਪ ਵਗੈਰਾ ਵੀ ਹੈ, ਜੇ ਕੋਈ ਪਿੰਡ ਚਾਹਵੇ ਕਿ ਸਾਡੇ ਪਿੰਡ ਲੱਗੇ ਤਾਂ ਲਗਾਇਆ ਜਾ ਸਕਦਾ ਹੈ?
ਹਾਂ ਦੇਖੋ ਸਾਡੇ ਜਿਹੜੀ ਯੂਨੀਵਰਸਿਟੀ ਹੈਗੀ ਆ, ਕਿਉਂਕਿ ਅਸੀਂ ਖੋਜ ਕਰਨੀ ਹੈ। ਇੱਕ ਚੀਜ਼ ਇਹ ਜਿਹੜੀ ਤੁਸੀਂ ਬਹੁਤ ਵਧੀਆ ਜਿਹੜਾ ਹੈਗਾ ਕਿ ਕਈ ਵਾਰ ਕੀ ਹੁੰਦਾ ਕਿ ਪਿੰਡ 'ਚ ਸਮੱਸਿਆ ਹੈਗੀ, ਕੋਈ ਜ਼ਿਆਦਾ ਹੀ ਸਮੱਸਿਆ ਹੈਗੀ, ਉੱਥੇ ਸਾਡੇ ਉੱਥੋਂ ਦੀ ਪੰਚਾਇਤ, ਉੱਥੋਂ ਦੇ ਜਿਹੜੇ ਕਿਸਾਨ ਉਹ ਸਾਡੇ ਕੋਲ ਆ ਕੇ ਸਾਡੇ ਮੁਖੀ ਨਾਲ ਸੰਪਰਕ ਕਰਨ ਜਾਂ ਸਾਡੇ ਡਾਇਰੈਕਟਰ ਐਕਸਟੈਂਸ਼ਨ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਦੇ ਇਲਾਕੇ 'ਚ ਜਿਹੜੀ ਕੋਈ ਆਪਾਂ ਨੇ ਹੁੱਕਾ ਦੇਣਾ ਹੈ, ਕੋਈ ਅਵੇਅਰਨੈਸ ਲਿਆਣੀ ਹੈ, ਕੋਈ ਸੁਚੇਤ ਕਰਨਾ ਹੈ, ਉਹਦੇ ਵਾਸਤੇ ਅਸੀਂ ਲੈਕਚਰ ਵੀ ਦੇ ਸਕਦੇ ਹਾਂ। ਅਤੇ ਉਹਦੇ 'ਚ ਅਸੀਂ ਉੱਥੇ ਉਸ ਮਤਲਬ ਜੋ ਟੌਪਿਕ 'ਤੇ ਜੋ ਵੀ ਚਾਹੁੰਦਾ ਹੈਗਾ ਉਹ ਲੈਕਚਰ ਹੋ ਜਾਏਗਾ। ਉੱਥੇ ਅਸੀਂ ਸਾਡੀ ਟੀਮ ਜਾ ਕੇ ਉੱਥੇ ਟ੍ਰੀਟਮੈਂਟ ਵੀ ਕਰ ਸਕਦੀ ਹੈ ਪਸ਼ੂਆਂ ਦੀ। ਇਹ ਜੀ ਕਾਰਗੁਜ਼ਾਰੀ, ਕਹਿਣ ਦਾ ਮਤਲਬ ਯੂਨੀਵਰਸਿਟੀ ਸਾਡੀ ਜਿਹੜੀ ਕਾਰਗੁਜ਼ਾਰੀ ਹਰ ਪੱਖੋਂ ਜੋ ਵੀ ਕਿਸਾਨ ਦੀ ਲੋੜ ਹੈ ਉਹਨੂੰ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰ ਹਰੀਸ਼ ਵਰਮਾ ਜੀ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਅਤੇ ਕਿਸਾਨ ਵੀਰਾਂ ਨੂੰ ਬਹੁਤ ਜ਼ਰੂਰੀ ਅਤੇ ਅਹਿਮ ਜਾਣਕਾਰੀਆਂ ਦਿੱਤੀਆਂ। ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ।